जमात 8वीं। ਅੱਜ ਅਸੀਂ ਦੁਬਾਰਾ ਤੋਂ 1 ਤੋਂ 40 ਮੁਹਾਵਰੇ ਰਿਵਾਈਜ਼ ਕਰਾਂਗੇ। ਤੁਸੀਂ ਸਾਰੇ ਬੱਚੇ ਇਹਨਾਂ ਮੁਹਾਵਰਿਆਂ ਨੂੰ ਨਾਲ ਸੁਣਦੇ ਹੋਏ ਤੁਸੀਂ ਯਾਦ ਕਰਨਾ ਹੈ। ਸਮਝ ਆ ਗਈ ਸਭ ਨੂੰ? ਸਭ ਬੱਚਿਆਂ ਨੇ ਮੁਹਾਵਰੇ ਸੁਣਨ ਦੇ ਨਾਲ ਇਸ ਨੂੰ ਯਾਦ ਵੀ ਕਰਨਾ ਹੈ। ਇਹ ਕੋਈ ਅੱਜ ਪਹਿਲੀ ਵਾਰੀ ਰਿਵਾਈਜ਼ ਨਹੀਂ ਹੋ ਰਹੇ, ਤੀਜੀ ਚੌਥੀ ਵਾਰੀ ਰਿਵਾਈਜ਼ ਹੋ ਰਹੇ ਹਨ ਅਤੇ ਤੁਸੀਂ ਸਭ ਬੱਚਿਆਂ ਨੇ ਧਿਆਨ ਨਾਲ ਇਸ ਨੂੰ ਸੁਣਨਾ ਹੈ ਅਤੇ ਨਾਲ ਦੇ ਨਾਲ ਯਾਦ ਵੀ ਕਰਨਾ ਹੈ। ਤੁਸੀਂ ਆਪਣੀ ਪੰਜਾਬੀ ਪਾਠ ਪੁਸਤਕ ਦਾ ਪੇਜ ਨੰਬਰ 151, ਪੰਜਾਬੀ ਗਿਆਨ ਸਰੋਵਰ ਦਾ पेज नंबर 151 निकालो। बच्चों ਤੁਹਾਨੂੰ ਮੁਹਾਵਰੇ ਦਾ ਅਰਥ ਪਤਾ ਹੈ ਕਿ ਮੁਹਾਵਰਾ ਕੁਝ ਸ਼ਬਦਾਂ ਦਾ ਸਮੂਹ ਹੁੰਦਾ ਹੈ ਜਿਸ ਦੇ ਸ਼ਾਬਦਿਕ ਅਰਥ ਹੋਰ ਅਤੇ ਭਾਵ ਅਰਥ ਕੁਝ ਹੋਰ ਹੁੰਦੇ ਹਨ। ਇਸ ਤੋਂ ਭਾਵ ਅਰਥ ਹੀ ਲਏ ਜਾਂਦੇ ਹਨ। ਮੁਹਾਵਰਿਆਂ ਰਾਹੀਂ ਗੱਲ ਕਰਨ ਦਾ ਅਰਥ ਹੈ ਕੁੱਜੇ ਵਿੱਚ ਸਮੁੰਦਰ ਭਰਨਾ। ਹੁਣ ਅਸੀਂ ਮੁਹਾਵਰੇ ਰਿਵਾਈਜ਼ ਕਰਾਂਗੇ। ਪਹਿਲਾ ਮੁਹਾਵਰਾ ਹੈ ਬੱਚੋ ਉਂਗਲ ਕਰਨਾ। ਉਂਗਲ ਕਰਨਾ, ਉਂਗਲ ਕਰਨ ਦਾ ਕੀ ਅਰਥ ਹੈ? ਦੋਸ਼ ਲਾਉਣਾ। ਉਂਗਲ ਕਰਨਾ, ਦੋਸ਼ ਲਾਉਣਾ। ਜਦੋਂ ਅਸੀਂ ਕੋਈ ਇਹ ਕੰਮ ਕਿਸਨੇ ਕੀਤਾ? ਉਸਨੇ ਕੀਤਾ। ਜਦੋਂ ਅਸੀਂ ਉਂਗਲ ਕਰਨੀ ਹੈ ਉਹ ਕੀ ਹੈ? ਦੋਸ਼ ਲਾਉਣਾ। ਵਿਦੇਸ਼ੀ ਲੀਡਰ ਇੰਨੇ ਇਮਾਨਦਾਰ ਹੁੰਦੇ ਹਨ ਕਿ ਉਹਨਾਂ ਵੱਲ ਕੋਈ ਵੀ ਉਂਗਲ ਨਹੀਂ ਕਰ ਸਕਦਾ। ਜਾਂ ਸਿੰਪਲ ਜਿਹਾ ਵਾਕ ਬਣਾ ਲਓ, ਬਿਨਾਂ ਸਹੀ ਗੱਲ ਦਾ ਪਤਾ ਲੱਗੇ ਸਾਨੂੰ ਕਿਸੇ 'ਤੇ ਉਂਗਲ ਨਹੀਂ ਕਰਨੀ ਚਾਹੀਦੀ। ਅਗਲਾ ਹੈ ਬੱਚੋ ਉੱਚਾ ਨੀਵਾਂ ਬੋਲਣਾ। ਉੱਚਾ ਨੀਵਾਂ ਬੋਲਣਾ, ਬੋਲ ਕਬੋਲ ਬੋਲਣਾ। ਉੱਚਾ ਨੀਵਾਂ ਬੋਲਣਾ, ਬੋਲ ਕਬੂਲ ਬੋਲਣਾ। ਸਾਨੂੰ ਵੱਡਿਆਂ ਦੇ ਨਾਲ ਕਦੇ ਵੀ ਉੱਚਾ ਨੀਵਾਂ ਨਹੀਂ ਬੋਲਣਾ ਚਾਹੀਦਾ। ਜਦੋਂ ਵੀ ਅਸੀਂ ਵਾਕ ਬਣਾਉਂਦੇ ਹਾਂ ਹਮੇਸ਼ਾ ਸ਼ਬਦ ਪ੍ਰਯੋਗ ਹੁੰਦਾ ਹੈ, ਅਰਥ ਕਦੇ ਵੀ ਪ੍ਰਯੋਗ ਨਹੀਂ ਹੁੰਦਾ। ਅਤੇ 8ਵੀਂ ਜਮਾਤ ਵਿੱਚ ਪੇਪਰਾਂ ਵਿੱਚ ਇਸ ਤਰ੍ਹਾਂ ਤੁਸੀਂ ਮੁਹਾਵਰਿਆਂ ਦੇ ਵਾਕ ਬਣਾਉਣੇ ਹਨ ਜਿਸ ਦਾ ਅਰਥ ਸਪਸ਼ਟ ਹੋ ਜਾਵੇ। ਅਗਲਾ ਹੈ ਬੱਚੋ ਉੱਲੂ ਬਣਾना, ਮੂਰਖ ਬਣਾना। ਉੱਲੂ ਬਣਾना, ਮੂਰਖ ਬਣਾਉਣਾ। ਸਰਬਜੀਤ ਤਾਂ ਕਿਸੇ ਨੂੰ ਹਮੇਸ਼ਾ ਉੱਲੂ ਬਣਾਉਣ ਵਿੱਚ ਫਿਰਦੀ ਰਹਿੰਦੀ ਹੈ। ਸਰਬਜੀਤ ਤਾਂ ਹਮੇਸ਼ਾ ਹੀ ਕਿਸੇ ਨੂੰ ਉੱਲੂ ਬਣਾਉਣ ਵਿੱਚ ਫਿਰਦੀ ਰਹਿੰਦੀ ਹੈ। ਉੱਲੂ ਸਿੱਧਾ ਕਰਨਾ, ਮਤਲਬ ਕੱਢਣਾ। ਉੱਲੂ ਸਿੱਧਾ ਕਰਨਾ, ਮਤਲਬ ਕਰਨਾ। ਸਵਾਰਥੀ ਲੋਕ ਆਪਣਾ ਉੱਲੂ ਸਿੱਧਾ ਕਰਨ ਵਿੱਚ ਹੀ ਲੱਗੇ ਰਹਿੰਦੇ ਹਨ। ਸਵਾਰਥੀ ਲੋਕ ਆਪਣਾ ਉੱਲੂ ਸਿੱਧਾ ਕਰਨ ਵਿੱਚ ਹੀ ਲੱਗੇ ਰਹਿੰਦੇ ਹਨ। ਉੱਠਣ ਬੈਠਣ ਹੋਣਾ, ਸੰਗਤ ਹੋਣੀ। ਉੱਠਣ ਬੈਠਣ ਹੋਣਾ, ਸੰਗਤ ਹੋਣੀ। ਅਮਰੀਕਾ ਦਾ ਨਿਕੰਮੇ ਲੋਕਾਂ ਨਾਲ ਉੱਠਣ ਬੈਠਣ ਹੈ। ਜਾਂ ਉੱਠਣ ਬੈਠਣ ਹੋਣਾ, ਸੰਗਤ ਹੋਣੀ। ਸਾਨੂੰ ਮਾੜੇ ਬੰਦਿਆਂ ਦੇ ਨਾਲ ਉੱਠਕ ਬੈਠਣ ਨਹੀਂ ਕਰਨੀ ਚਾਹੀਦੀ। ਸਾਨੂੰ ਮਾੜੇ ਬੰਦਿਆਂ ਦੇ ਨਾਲ ਉੱਠਕ ਬੈਠਕ ਨਹੀਂ ਕਰਨੀ ਚਾਹੀਦੀ। ਅਗਲਾ ਹੈ ਬੱਚੋ ਊਠ ਦੇ ਗਲ ਟੱਲੀ ਬੇਜੋੜ ਗੱਲਾਂ। ਊਠ ਦੇ ਗਲ ਟੱਲੀ ਬੇਜੋੜ, ਊਠ ਦੇ ਗਲ ਟੱਲੀ ਬੇਜੋੜ ਗੱਲ। ਊਠ ਦੇ ਗਲ ਟੱਲੀ ਬੇਜੋੜ, ਊਠ ਦੇ ਗਲ ਟੱਲੀ ਹੋਣਾ ਬੱਚੋ ਬੇਜੋੜ ਗੱਲਾਂ। ਊਠ ਦੇ ਗਲ ਟੱਲੀ ਬੇਜੋੜ ਗੱਲਾਂ। ਊਠ ਦੇ ਗਲ ਟੱਲੀ ਬੇਜੋੜ ਗੱਲਾਂ। ਸਾਨੂੰ ਕਦੇ ਵੀ ਊਠ ਦੇ ਗਲ ਟੱਲੀ ਬੇਜੋੜ ਗੱਲਾਂ। ਰਵੀ ਦੀ ਪਤਨੀ ਉਸ ਦੇ ਕੱਦ ਵਿੱਚ
ਬਹੁਤ ਹੀ ਛੋਟੀ ਹੈ, ਉਹਨਾਂ ਦੀ ਤੇ ਊਠ ਦੇ ਗੱਲ ਟੱਲੀ ਵਾਲੀ ਗੱਲ ਹੈ। ਜਦੋਂ ਬੇਜੋੜ ਮੇਲ ਹੋਵੇ, ਇੱਕ ਬੰਦਾ ਬਹੁਤ ਜ਼ਿਆਦਾ ਲੰਬਾ ਤੇ ਉਸ ਦੀ ਪਤਨੀ ਬੜੀ ਛੋਟੀ ਹੈ, ਤੇ ਇਹ ਕੀ ਹੈ, ਰਵੀ ਦੀ ਪਤਨੀ ਉਸ ਦੇ ਕੱਦ ਤੋਂ ਬਹੁਤ ਛੋਟੀ ਹੈ, ਉਹਨਾਂ ਦੀ ਤਾਂ ਊਠ ਦੇ ਗੱਲ ਟੱਲੀ ਵਾਲੀ ਗੱਲ ਹੈ। ਊੜਾ ਐੜਾ ਨਾ ਆਉਣਾ, ਊੜਾ ਐੜਾ ਨਾ ਆਉਣਾ, ਬਿਲਕੁਲ ਕੁਛ ਨਾ ਆਉਣਾ। ਅਗਰ ਤੁਹਾਨੂੰ ਪੰਜਾਬੀ ਸਿੱਖਣੀ, ਅਗਰ ਤੁਹਾਨੂੰ ਊੜਾ ਆੜਾ ਨਹੀਂ ਆਉਂਦਾ, ਉਸ ਦਾ ਕੀ ਮਤਲਬ ਹੈ, ਤੁਹਾਨੂੰ ਕੁਛ ਵੀ ਨਹੀਂ ਆਉਂਦਾ। ਊੜਾ ਆੜਾ ਨਾ ਆਉਣਾ, ਬਿਲਕੁਲ ਕੁਛ ਨਾ ਆਉਣਾ। ਰਮਨ ਨੂੰ ਤਾਂ ਊੜਾ ਐੜਾ ਵੀ ਨਹੀਂ ਆਉਂਦਾ, ਕਿਉਂਕਿ ਉਹ ਤੇ ਕਦੀ ਸਕੂਲ ਵੀ ਨਹੀਂ ਗਿਆ। ਜਾਂ ਰਾਮ ਨੂੰ ਤਾਂ ਊੜਾ ਆੜਾ ਵੀ ਨਹੀਂ ਆਉਂਦਾ, ਕਿਉਂਕਿ ਉਹ ਤਾਂ ਕਦੇ ਸਕੂਲ ਵੀ ਨਹੀਂ ਗਿਆ। ਅਗਲਾ ਹੈ ਬੱਚੋ, ਉਸਤਾਦੀ ਕਰਨੀ, ਚਲਾਕੀ ਕਰਨੀ। ਉਸਤਾਦੀ ਕਰਨੀ, ਚਲਾਕੀ ਕਰਨੀ। ਗੁਰਮੀਤ ਤਾਂ ਹਰ ਇੱਕ ਨਾਲ ਉਸਤਾਦੀ ਕਰਦਾ ਰਹਿੰਦਾ ਹੈ। ਉਸਤਾਦੀ ਕਰਨੀ, ਚਲਾਕੀ ਕਰਨੀ। ਗੁਰਮੀਤ ਤਾਂ ਹਰ ਇੱਕ ਨਾਲ ਉਸਤਾਦੀ ਕਰਦਾ ਰਹਿੰਦਾ ਹੈ। ਅਗਲਾ ਹੈ ਬੱਚੋ, ਉਸਤਰਿਆ ਦੀ ਮਾਲਾ ਬਹੁਤ ਔਖਾ ਕੰਮ। ਉਸਤਰਿਆ ਦੀ ਮਾਲਾ ਬਹੁਤ ਔਖਾ ਕੰਮ। ਕਿਸੇ ਨੂੰ ਮੂਰਖ ਬਣਾਉਣਾ ਅੱਜ ਦੇ ਸਮੇਂ ਵਿੱਚ ਉਸਤਰਿਆ ਦੀ ਮਾਲਾ ਹੈ। ਕਿਸੇ ਨੂੰ ਮੂਰਖ ਬਣਾਉਣਾ, ਕਿਉਂਕਿ ਅੱਜ ਹਰ ਇੱਕ ਬੰਦਾ ਆਪਣੇ ਆਪ ਨੂੰ ਸਮਝਦਾਰ ਹੈ, ਹਰ ਇੱਕ ਬੰਦੇ ਨੂੰ ਨੌਲੇਜ ਹੈ, ਤੇ ਇਸ ਲਈ ਅੱਜ ਦੇ ਸਮੇਂ ਵਿੱਚ ਕਿਸੇ ਨੂੰ ਮੂਰਖ ਬਣਾਉਣਾ ਉਸਤਰਿਆ ਦੀ ਮਾਲਾ, ਉਸਤਰਿਆ ਦੀ ਮਾਲਾ ਬਹੁਤ ਔਖਾ ਕੰਮ ਹੈ। ਅਗਲਾ ਹੈ ਬੱਚੋ, ਉੱਲੂ ਬੋਲਨੇ ਉਜਾੜ ਹੋਣੀ। ਉੱਲੂ ਬੋਲਨੇ ਉਜਾੜ ਹੋਣੀ। ਉੱਲੂ ਬੋਲਨੇ ਉਜਾੜ ਹੋਣੀ। ਰੇਲ ਗੱਡੀ ਤੇ ਰਵਾਨਾ ਹੋਣ ਤੇ ਸਟੇਸ਼ਨ ਤੇ ਉੱਲੂ ਬੋਲਦੇ ਹਨ। ਉੱਲੂ ਬੋਲਨੇ ਉਜਾੜ ਹੋਣੀ। ਰੇਲ ਗੱਡੀ ਤੇ ਉਜਾੜਾ ਹੋਣ ਤੇ ਸਟੇਸ਼ਨ ਤੇ ਉੱਲੂ ਬੋਲਦੇ ਹਨ। 19-21 ਦਾ ਫਰਕ, ਬਹੁਤ ਜ਼ਿਆਦਾ ਫਰਕ। 19-21 ਦਾ ਫਰਕ, ਬਹੁਤ ਜ਼ਿਆਦਾ ਫਰਕ। ਰਾਮ ਤੇ ਸ਼ਾਮ ਦੇ ਕੱਦ ਵਿੱਚ 19-21 ਦਾ ਫਰਕ ਹੈ। ਅੱਖਾਂ ਅੱਗੇ ਹਨੇਰਾ ਆਉਣਾ, ਘਬਰਾ ਜਾਣਾ। ਅੱਖਾਂ ਅੱਗੇ ਹਨੇਰਾ ਆਉਣਾ, ਘਬਰਾ ਜਾਣਾ। ਆਪਣੇ ਸਾਹਮਣੇ ਸੱਪ ਨੂੰ ਵੇਖ ਕੇ ਮੇਰੀ ਅੱਖਾਂ ਅੱਗੇ ਹਨੇਰਾ ਹੋ ਜਾਣਾ। ਅੱਖਾਂ ਅੱਗੇ ਹਨੇਰਾ ਆ ਜਾਣਾ, ਘਬਰਾ ਜਾਣਾ। ਅੱਖਾਂ ਫੇਰ ਲੈਣਾ, ਮੁੱਕਰ ਜਾਣਾ। ਅੱਖਾਂ ਫੇਰ ਲੈਣਾ, ਮੁੱਕਰ ਜਾਣਾ। ਸਵਾਰਥੀ ਮਿੱਤਰ ਤਾਂ ਲੋੜ ਵੇਲੇ ਅੱਖਾਂ ਫੇਰ ਲੈਂਦੇ ਹਨ। ਅੱਖਾਂ ਫੇਰ ਲੈਣਾ, ਮੁੱਕਰ ਜਾਣਾ। ਸਵਾਰਥੀ ਮਿੱਤਰ ਤਾਂ ਲੋੜ ਵੇਲੇ ਅੱਖਾਂ ਫੇਰ ਲੈਂਦੇ ਹਨ। ਅੱਗ ਲਾਉਣੀ, ਸ਼ਾਂਤੀ ਭੰਗ ਕਰਨੀ। ਅੱਗ ਲਾਉਣਾ, ਸ਼ਾਂਤੀ ਭੰਗ ਕਰਨਾ। ਕਈਆਂ ਨੂੰ ਦੂਜਿਆਂ ਦੇ ਘਰ ਅੱਗ ਲਾਉਣ ਦੀ ਆਦਤ ਹੁੰਦੀ ਹੈ। ਕਈਆਂ ਨੂੰ ਦੂਜਿਆਂ ਦੇ ਘਰ ਅੱਗ ਲਾਉਣ ਦੀ ਆਦਤ ਹੁੰਦੀ ਹੈ। ਅੱਖਾਂ ਚੁਰਾਉਣਾ, ਸ਼ਰਮ ਮਹਿਸੂਸ ਕਰਨਾ। ਅਗਰ ਅਸੀਂ ਕਦੀ ਕੋਈ ਉਲਟਾ ਕੰਮ ਕਰ ਦਈਏ, ਗਲਤ ਕੰਮ ਕਰ ਦਈਏ, ਤੇ ਅਸੀਂ ਦੂਜੇ ਨਾਲ ਅੱਖਾਂ ਨਹੀਂ ਮਿਲਾਉਂਦੇ, ਉਹ ਕੀ ਹੁੰਦਾ, ਸ਼ਰਮ ਮਹਿਸੂਸ ਕਰਨਾ। ਕਦੇ ਕੋਈ ਮਾੜਾ ਕੰਮ ਨਾ ਕਰੀਏ ਜਿਸ ਦੇ ਨਾਲ ਅੱਖਾਂ ਮਿਲਾਉਣ ਵਿੱਚ ਅੱਖਾਂ ਚੁਰਾਉਣੀਆਂ ਪੈ ਜਾਣ। ਕਦੇ ਵੀ ਕੋਈ ਮਾੜਾ ਕੰਮ ਨਾ ਕਰੀਏ ਜਿਸ ਨਾਲ ਅੱਖਾਂ ਚੁਰਾਉਣੀਆਂ ਪੈ ਜਾਣ। ਅਲਕ ਮੁਕਾਉਣਾ, ਜਾਨੋਂ ਮਾਰ ਦੇਣਾ। ਅਲਕ ਮੁਕਾਉਣਾ, ਜਾਨੋਂ ਮਾਰ ਦੇਣਾ। ਅਲਕ ਮੁਕਾਉਣਾ, ਜਾਨੋਂ ਮਾਰ ਦੇਣਾ। ਭਾਰਤੀ ਸੈਨੀਆਂ ਵੈਰੀਆਂ ਦੀ ਅਲਕ ਮੁਕਾ ਦਿੰਦੇ ਹਨ। ਭਾਰਤੀ ਸੈਨਿਕ ਕੀ ਕਰਦੇ ਨੇ, ਵੈਰੀਆਂ ਦੀ ਅਲਕ ਮੁਕਾ ਦਿੰਦੇ ਨੇ, ਅਰਥਾਤ ਜਾਨੋਂ ਹੀ ਮਾਰ ਦਿੰਦੇ ਹਨ। ਆਸਮਾਨ ਸਿਰ ਤੇ ਚੁੱਕਣਾ, ਬਹੁਤ ਰੌਲਾ ਪਾਉਣਾ। ਆਸਮਾਨ ਸਿਰ ਤੇ ਚੁੱਕਣਾ, ਬਹੁਤ ਰੌਲਾ ਪਾਉਣਾ। ਨਿੱਕੇ ਬੱਚੇ ਤਾਂ ਉੱਚੀ ਉੱਚੀ ਚੀਕਾਂ ਮਾਰ ਕੇ ਆਸਮਾਨ ਸਿਰ ਤੇ ਚੁੱਕ ਲੈਂਦੇ ਹਨ। ਨਿੱਕੇ ਬੱਚੇ ਤਾਂ ਉੱਚੀ ਉੱਚੀ ਰੌਲਾ ਪਾ ਕੇ ਆਸਮਾਨ ਸਿਰ ਤੇ ਚੁੱਕ ਲੈਂਦੇ ਹਨ। ਆਪਣੀ ਪੈਰੀ ਆਪ ਕੁਹਾੜਾ ਮਾਰਨਾ। ਆਪਣੀ ਪੈਰੀ ਆਪ ਕੁਹਾੜਾ ਮਾਰਨਾ। ਆਪਣੀ ਪੈਰੀ ਆਪ ਕੁਹਾੜਾ ਮਾਰਨਾ।
अपनी पैरी आप कुहाड़ा मारन का बच्चों की अर्थ है कि अपने आप उसनू अपनी पैरी आप कुहाड़ा मारना, अपनी बर्बादी आप करना। अपनी पैरी आप कुहाड़ा मारना, अपनी बर्बादी आप करना। आई चलाई करना, अपनी पैरी आप कुहाड़ा मारना, अपनी बर्बादी आप करना। हरजीत ता आवारा मुंडिया दी संगत करके अपनी पैरी आप कुहाड़ा मारदा है। आई चलाई करना, जो कमाऊना सो खर्च कर देना। आई चलाई करना, जो कमाऊना सो खर्च करना। अज दे महंगाई दे समय विच तां मसां ही आई चलाई हुंदी है। अज दे महंगाई दे समय विच तां मसां ही आई चलाई हुंदी है। ਅੱਖਾਂ ਵਿੱਚ ਰੜਕਣਾ बुरा लगना, ਅੱਖਾਂ ਵਿੱਚ ਰੜਕਣਾ बुरा लगना। ਮਿਹਨਤੀ ਇਨਸਾਫ ਤਾਂ ਆਵਾਰਾ ਲੋਕਾਂ ਦੀਆਂ ਅੱਖਾਂ ਵਿੱਚ ਰੜਕਦੇ ਹਨ। ਮਿਹਨਤੀ ਇਨਸਾਨ ਤਾਂ ਆਵਾਰਾ ਲੋਕਾਂ ਦੀਆਂ ਅੱਖਾਂ ਵਿੱਚ ਰੜਕਦੇ ਹਨ। ਆਟੇ ਵਿੱਚ ਲੂਣ ਹੋਣਾ, ਆਟੇ ਵਿੱਚ ਲੂਣ ਹੋਣਾ, ਬਹੁਤ ਘੱਟ ਗਿਣਤੀ ਹੋਣਾ। ਅਗਰ ਤੁਸੀਂ ਆਟੇ ਵਿੱਚ ਲੂਣ ਪਾ ਦਿਓ ਨਾ, ਦੋਨੋਂ ਹੀ ਚਿੱਟੇ ਰੰਗ ਦੇ ਹੁੰਦੇ ਆ ਅਤੇ ਪਤਾ ਹੀ ਨਹੀਂ ਚੱਲਦਾ। ਅਤੇ ਬਹੁਤ ਘੱਟ ਗਿਣਤੀ ਵਿੱਚ ਹੋਣਾ। ਅੱਜ ਦੇ ਸਮੇਂ ਵਿੱਚ ਸ਼ਰੀਫ ਮਨੁੱਖਾਂ ਦੀ ਗਿਣਤੀ ਆਟੇ ਵਿੱਚ ਲੂਣ ਦੇ ਬਰਾਬਰ ਹੈ। ਆਟੇ ਵਿੱਚ ਲੂਣ ਹੋਣਾ, ਬਹੁਤ ਘੱਟ ਗਿਣਤੀ ਵਿੱਚ ਹੋਣਾ। ਅੱਜ ਦੇ ਸਮੇਂ ਵਿੱਚ ਸ਼ਰੀਫ ਲੋਕਾਂ ਦੀ ਗਿਣਤੀ ਆਟੇ ਵਿੱਚ ਲੂਣ ਦੇ ਬਰਾਬਰ ਹੈ। ਅਕਲ 'ਤੇ ਪਰਦਾ ਪੈਣਾ, ਮੱਤ ਮਾਰੀ ਜਾਣੀ। ਅਕਲ 'ਤੇ ਪਰਦਾ ਪੈਣਾ, ਮੱਤ ਮਾਰੀ ਜਾਣੀ। ਰਾਜੀਵ ਦੀ ਅਕਲ 'ਤੇ ਤਾਂ ਪਰਦਾ ਪੈ ਗਿਆ ਹੈ, ਜਿਸ ਕਾਰਨ ਉਹ ਬੁਰੀ ਸੰਗਤ ਵਿੱਚ ਜਾ ਫਸਿਆ ਹੈ। ਰਾਜੀਵ ਦੀ ਅਕਲ 'ਤੇ ਜਾਂ ਇਹ ਵੀ ਤੁਸੀਂ ਲਿਖ ਸਕਦੇ ਹੋ, ਅੱਜ ਕੱਲ੍ਹ ਤਾਂ ਰਾਜੀਵ ਦੀ ਅਕਲ 'ਤੇ ਪਰਦਾ ਪੈ ਗਿਆ ਹੈ, ਉਹ ਅਵਾਰਾ ਮੁੰਡਿਆਂ ਦੇ ਨਾਲ ਘੁੰਮਦਾ ਹੈ। ਅਗਲਾ ਹੈ ਅੱਖਾਂ ਮੀਟ ਛੱਡਣਾ। ਅੱਖਾਂ ਮੀਟ ਛੱਡਣਾ, ਦੇਖ ਕੇ ਅਣਦੇਖਾ ਕਰਨਾ। ਅੱਖਾਂ ਮੀਟ ਛੱਡਣਾ, ਦੇਖ ਕੇ ਅਣਦੇਖਾ ਕਰਨਾ। ਜੋ ਮਾਤਾ ਪਿਤਾ ਆਪਣੇ ਬੱਚਿਆਂ ਦੀ ਬੁਰਾਈਆਂ 'ਤੇ ਅੱਖਾਂ ਮੀਟ ਛੱਡਦੇ ਹਨ, ਉਹ ਬਾਅਦ ਵਿੱਚ ਪਛਤਾਉਂਦੇ ਹਨ। ਜੋ ਮਾਤਾ ਪਿਤਾ ਆਪਣੇ ਬੱਚਿਆਂ ਦੀਆਂ ਬੁਰਾਈਆਂ 'ਤੇ ਅੱਖਾਂ ਮੀਟ ਛੱਡਦੇ ਹਨ, ਉਹ ਬਾਅਦ ਵਿੱਚ ਪਛਤਾਉਂਦੇ ਹਨ। ਆਸਮਾਨ ਨਾਲ ਗੱਲਾਂ ਕਰਨੀਆਂ। ਆਸਮਾਨ ਨਾਲ ਗੱਲਾਂ ਕਰਨੀਆਂ, ਹੰਕਾਰ ਵਿੱਚ ਆਉਣਾ। ਆਸਮਾਨ ਨਾਲ ਗੱਲਾਂ ਕਰਨੀਆਂ, ਹੰਕਾਰ ਵਿੱਚ ਆਉਣਾ। 4 ਪੈਸੇ ਆਉਣ ਨਾਲ ਰਮੇਸ਼ ਤਾਂ ਆਸਮਾਨ ਨਾਲ ਗੱਲਾਂ ਕਰਨ ਲੱਗ ਪਿਆ ਹੈ। 4 ਪੈਸੇ ਆਉਣ ਨਾਲ ਰਮੇਸ਼ ਤਾਂ ਆਸਮਾਨ ਨਾਲ ਗੱਲਾਂ ਕਰਨ ਲੱਗ ਪਿਆ ਹੈ। ਅੱਗ ਦੇ ਭਾਵ ਹੋਣਾ, ਬਹੁਤ ਮਹਿੰਗਾ ਹੋਣਾ। ਅੱਗ ਦੇ ਭਾਵ ਹੋਣਾ, ਬਹੁਤ ਮਹਿੰਗਾ ਹੋਣਾ। ਅੱਜ ਕੱਲ੍ਹ ਤਾਂ ਸੋਨਾ ਅੱਗ ਦੇ ਭਾਵ ਹੋ ਰਿਹਾ ਹੈ। ਅੱਜ ਕੱਲ੍ਹ ਤਾਂ ਸੋਨਾ ਅੱਗ ਦੇ ਭਾਵ ਹੋ ਰਿਹਾ ਹੈ। अगला है बच्चों, अख लगनी नींद आ जाऊनी। अख लगनी नींद आ जाऊनी। अख लगनी नींद आ जाऊनी। सारी रात बिजली ना आउन करके अख लगनी नींद आ जाऊनी। सारी रात बिजली ना आउन करके मेरी जमात विच अख लग गई। अगला है अक्खा पक जानियाँ, उडीक उडीक के थक जाना। ਅੱਖਾਂ ਪੱਕ ਜਾਣੀਆਂ, ਉਡੀਕ ਉਡੀਕ ਕੇ ਥੱਕ ਜਾਣਾ। ਮੇਲੇ ਗਿਆ ਗੁਰਦੀਪ, ਜਦੋਂ ਘਰ ਸ਼ਾਮ ਤੱਕ ਨਾ ਮੁੜਿਆ ਤਾਂ ਘਰ ਦੀਆਂ ਅੱਖਾਂ ਥੱਕ ਗਈਆਂ। ਅੱਖਾਂ ਪੱਕ ਜਾਣੀਆਂ, ਉਡੀਕ ਉਡੀਕ ਕੇ ਥੱਕ ਜਾਣਾ। ਮੇਲੇ ਵਿੱਚ ਗਿਆ ਗੁਰਦੀਪ, ਜਦੋਂ ਸ਼ਾਮ ਤੱਕ ਘਰ ਵਾਪਸ ਨਾ ਆਇਆ ਤਾਂ ਮਾਪਿਆਂ ਦੀਆਂ ਅੱਖਾਂ ਪੱਕ ਗਈਆਂ। ਅੱਖਾਂ ਦਾ ਤਾਰਾ ਬਹੁਤ ਪਿਆਰਾ। ਅੱਖਾਂ ਦਾ ਤਾਰਾ ਬਹੁਤ ਪਿਆਰਾ। ਹਰੇਕ ਬੱਚਾ ਆਪਣੇ ਮਾਪਿਆਂ ਦੀ ਅੱਖਾਂ ਦਾ ਤਾਰਾ ਹੈ। ਹਰੇਕ ਬੱਚਾ ਆਪਣੇ ਮਾਪਿਆਂ ਦੀਆਂ ਅੱਖਾਂ ਦਾ ਤਾਰਾ ਹੈ। ਅੱਖਾਂ ਵਿੱਚ ਚਰਬੀ ਆਉਣੀ, ਘਮੰਡ ਹੋਣਾ। ਅੱਖਾਂ ਵਿੱਚ ਚਰਬੀ ਆਉਣੀ, ਘਮੰਡ ਹੋਣਾ।
ਪੁੱਤਰ ਦੇ ਵਿਦੇਸ਼ ਜਾਣ ਮਗਰੋਂ ਕਰਤਾਰਾ ਦੀਆਂ ਅੱਖਾਂ ਵਿੱਚ ਚਰਬੀ ਆ ਗਈ ਹੈ। ਪੁੱਤਰ ਦੇ ਵਿਦੇਸ਼ ਜਾਣ ਮਗਰੋਂ ਕਰਤਾਰੋ ਦੀ ਅੱਖਾਂ ਵਿੱਚ ਚਰਬੀ ਆ ਗਈ ਹੈ। ਅੱਗਾ ਸੁਧਾਰਨਾ, ਪਰਲੋਕ ਸੁਧਾਰਨਾ। ਅੱਗਾ ਦਾ ਕੀ ਅਰਥ ਹੈ? ਪਰਲੋਕ। ਅੱਗਾ ਸੁਧਾਰਨਾ ਪਰਲੋਕ ਸੁਧਾਰਨਾ। ਚੰਗੇ ਕਰਮ ਕਰਕੇ ਹੀ ਅਸੀਂ ਆਪਣਾ ਅੱਗਾ ਸੁਧਾਰ ਸਕਦੇ ਹਾਂ। ਚੰਗੇ ਕਰਮ ਕਰਕੇ ਹੀ ਅਸੀਂ ਆਪਣਾ ਅੱਗਾ ਸੁਧਾਰ ਸਕਨੇ ਹਾਂ। ਅੱਡੀ ਨਾ ਲੱਗਣੀ, ਬਹੁਤ ਖੁਸ਼ ਹੋਣਾ। ਅੱਡੀ ਨਾ ਲੱਗਣੀ, ਬਹੁਤ ਖੁਸ਼ ਹੋਣਾ। ਵੀਰ ਦਾ ਵਿਆਹ ਹੋਣ ਕਾਰਨ ਰਾਣੋ ਦੀ ਅੱਡੀ ਨਹੀਂ ਲੱਗ ਰਹੀ। ਵੀਰ ਦਾ ਵਿਆਹ ਹੋਣ ਕਾਰਨ ਰਾਣੋ ਦੀ ਅੱਡੀ ਨਹੀਂ ਲੱਗ ਰਹੀ। ਆਵਾ ਊਤ ਜਾਣਾ, ਸਾਰਾ ਟੱਬਰ ਹੀ ਭੈੜਾ ਹੋਣਾ। ਆਵਾ ਊਤ ਜਾਣਾ, ਸਾਰਾ ਟੱਬਰ ਹੀ ਭੈੜਾ ਹੋਣਾ। ਜਰਨੈਲ ਦਾ ਇੱਕ ਮੁੰਡਾ ਤਾਂ ਜਵਾਰੀ ਹੈ, ਦੂਜਾ ਮੁੰਡਾ ਸ਼ਰਾਬੀ ਹੈ। ਉਹਨਾਂ ਦਾ ਪਰਿਵਾਰ ਤੇ ਇਸ ਤਰ੍ਹਾਂ ਹੈ ਕਿ ਸਾਰਾ ਆਵਾ ਹੀ ਊਤ ਗਿਆ ਹੈ। ਇੱਕ ਅੱਖ ਨਾਲ ਵੇਖਣਾ, ਇੱਕ ਅੱਖ ਨਾਲ ਵੇਖਣਾ, ਇੱਕ ਅੱਖ ਨਾਲ ਵੇਖਣਾ ਬਰਾਬਰ ਸਮਝਣਾ। ਇੱਕ ਅੱਖ ਨਾਲ ਵੇਖਣਾ, ਬਰਾਬਰ ਸਮਝਣਾ। ਮਾਪੇ ਆਪਣੇ ਬੱਚਿਆਂ ਨੂੰ ਹਮੇਸ਼ਾ ਇੱਕ ਅੱਖ ਨਾਲ ਵੇਖਦੇ ਹਨ। ਇੱਕ ਅੱਖ ਨਾਲ ਵੇਖਣਾ, ਬਰਾਬਰ ਸਮਝਣਾ। ਮਾਪੇ ਆਪਣੇ ਬੱਚਿਆਂ ਨੂੰ ਹਮੇਸ਼ਾ ਇੱਕ ਅੱਖ ਨਾਲ ਵੇਖਦੇ ਹਨ। ਇੱਟ ਨਾਲ ਇੱਟ ਵਜਾਉਣਾ, ਤਬਾਹੀ ਮਚਾ ਦੇਣੀ। ਇੱਟ ਨਾਲ ਇੱਟ ਵਜਾਉਣਾ, ਤਬਾਹੀ ਮਚਾ ਦੇਣੀ। ਭਾਰਤੀ ਸੈਨਿਕ ਦੁਸ਼ਮਣਾਂ ਦੀ ਹਮੇਸ਼ਾ ਇੱਟ ਦੇ ਨਾਲ ਇੱਟ ਵਜਾ ਦਿੰਦੇ ਹਨ। ਈਦ ਦਾ ਚੰਨ ਹੋਣਾ, ਬਹੁਤ ਦੇਰ ਬਾਅਦ ਮਿਲਣਾ। ਈਦ ਦਾ ਚੰਨ ਹੋਣਾ, ਬਹੁਤ ਦੇਰ ਬਾਅਦ ਮਿਲਣਾ। ਰਮਨ ਜਦੋਂ ਦਾ ਨੌਕਰੀ ਲੱਗਿਆ ਹੈ, ਉਹ ਤਾਂ ਈਦ ਦਾ ਚੰਨ ਹੋ ਗਿਆ ਹੈ। ਰਮਨ ਜਦੋਂ ਦਾ ਨੌਕਰੀ ਲੱਗਿਆ ਹੈ, ਉਹ ਤਾਂ ਈਦ ਦਾ ਚੰਨ ਹੋ ਗਿਆ ਹੈ। ਇੱਕ ਮੁੱਠ ਹੋਣਾ, ਏਕਤਾ ਹੋਣੀ। ਇੱਕ ਮੁੱਠ ਹੋਣਾ, ਏਕਤਾ ਹੋਣੀ। ਸਾਰੇ ਦੇਸ਼ ਵਾਸੀਆਂ ਨੂੰ ਇੱਕ ਮੁੱਠ ਹੋਣਾ ਚਾਹੀਦਾ ਹੈ। ਸਾਰੇ ਦੇਸ਼ ਵਾਸੀਆਂ ਨੂੰ ਇੱਕ ਮੁੱਠ ਹੋਣਾ ਚਾਹੀਦਾ ਹੈ। ਇੱਕ ਰੰਗ ਆਉਣਾ, ਇੱਕ ਰੰਗ ਜਾਉਣਾ। ਇੱਕ ਰੰਗ ਆਉਣਾ, ਇੱਕ ਰੰਗ ਜਾਉਣਾ। ਬਹੁਤ ਘਬਰਾ ਜਾਣਾ, ਬਹੁਤ ਘਬਰਾ ਜਾਣਾ। ਚੋਰੀ ਫੜੇ ਜਾਣ ਤੇ ਦੀਪਕ ਦੇ ਚਿਹਰੇ ਤੇ ਇੱਕ ਰੰਗ ਆ ਰਿਹਾ ਹੈ ਤੇ ਇੱਕ ਰੰਗ ਜਾ ਰਿਹਾ ਹੈ। ਚੋਰੀ ਫੜੇ ਜਾਣ ਤੇ ਅਮਰੀਕ ਦੇ ਚਿਹਰੇ ਤੇ ਇੱਕ ਰੰਗ ਆ ਰਿਹਾ ਹੈ ਤੇ ਇੱਕ ਰੰਗ ਜਾ ਰਿਹਾ ਹੈ। ਅਗਲਾ ਹੈ ਇੱਟ ਕੁੱਤੇ ਦਾ ਵੈਰ। ਇੱਟ ਕੁੱਤੇ ਦਾ ਵੈਰ। ਇੱਟ ਕੁੱਤੇ ਦਾ ਵੈਰ, ਸੁਭਾਵਿਕ ਵੈਰ। ਇੱਟ ਕੁੱਤੇ ਦਾ ਵੈਰ, ਸੁਭਾਵਿਕ ਵੈਰ। ਟੋਨੀ ਅਤੇ ਜੋਨੀ ਵਿੱਚ ਇੱਟ ਕੁੱਤੇ ਦਾ ਵੈਰ ਹੈ। ਸੁਭਾਵਿਕ ਵੈਰ ਕਿ ਵੈਰ ਹੈ, ਸ਼ੁਰੂ ਤੋਂ ਹੀ ਵੈਰ ਹੈ। ਇੱਕ ਡੱਗੇ ਪਿੰਡ ਮੰਗਣਾ। ਇੱਕ ਡੱਗੇ ਪਿੰਡ ਮੰਗਣਾ, ਕਿਸੇ ਕੰਮ ਨੂੰ ਇੱਕੋ ਵਾਰੀ ਖਤਮ ਕਰਨਾ। ਇੱਕ ਡੱਗੇ ਪਿੰਡ ਮੰਗਣਾ, ਕਿਸੇ ਵੱਡੇ ਕੰਮ ਨੂੰ ਇੱਕੋ ਵਾਰੀ ਖਤਮ ਕਰਨਾ। ਚਲਦੇ ਕੰਮ ਨੂੰ ਇਵੇਂ ਨਹੀਂ ਰੋਕਣਾ ਚਾਹੀਦਾ। ਮੈਂ ਤਾਂ ਕਹਿੰਦਾ ਹਾਂ, ਨਾਲ ਲੱਗਦੇ ਹੋਰ ਲੋਨ ਪਾਸ ਕਰਵਾ ਲਓ ਤੇ ਘਰ ਦੀ ਆਰਥਿਕ ਹਾਲਤ ਵੀ ਕਰਵਾ ਲਓ। ਰਾਮੇ ਨੇ ਸ਼ਾਮੇ ਨੂੰ ਇੱਕੇ ਡਿੱਗ ਪਿੰਡ ਮੰਗਣ ਲਈ ਕਿਹਾ। ਇੱਕੋ ਡਿੱਗ ਪਿੰਡ ਮੰਗਣਾ, ਕਿਸੇ ਵੱਡੇ ਕੰਮ ਨੂੰ ਇੱਕੋ ਵਾਰੀ ਖਤਮ ਕਰਨਾ। ਮੈਂ ਤੇ ਕਹਿ ਰਿਹਾ, ਚਲਦੇ ਕੰਮ ਨੂੰ ਇੰਜ ਨਹੀਂ ਰੋਕਣਾ ਚਾਹੀਦਾ। ਥੋੜ੍ਹਾ ਹੋਰ ਲੋਨ ਪਾਸ ਕਰਾ ਕੇ ਘਰ ਦੀ ਆਰਥਿਕ ਹਾਲਤ ਵੀ ਸੁਧਾਰ ਲਓ। ਰਾਮੇ ਨੇ ਸ਼ਾਮੂ ਨੂੰ ਇੱਕੋ ਡਿੱਗੇ ਪਿੰਡ ਮੰਗਣ ਲਈ ਕਿਹਾ। ਸੱਤੀ ਕੱਪੜੇ ਅੱਗ ਲੱਗਣਾ। ਸੱਤੀ ਕੱਪੜੇ ਅੱਗ ਲੱਗਣਾ, ਬਹੁਤ ਸਾੜਾ ਪੈਣਾ, ਬਹੁਤ ਸਾੜਾ ਕਰਨਾ। ਦੀਪ ਦੀ ਘਰ ਦੇ ਵਿੱਚ ਰਮੇਸ਼ ਦੇ ਘਰ ਸਾਰੀਆਂ ਰਮੇਸ਼ ਨੇ ਜਦੋਂ ਦੀ ਕਾਰ ਲਈ ਹੈ, ਉਸ ਦੀ ਦਾਦੀ ਨੂੰ ਤਾਂ ਸੱਤੀ ਕੱਪੜੇ ਅੱਗ ਲੱਗ ਗਈ ਹੈ।
ਰਮੇਸ਼ ਨੇ ਜਦੋਂ ਦੀ ਕਾਰ ਲਈ ਹੈ ਉਸਦੇ ਪੜੋਸੀਆਂ ਨੂੰ ਤਾਂ ਸੱਤੀ ਕੱਪੜੇ ਅੱਗ ਲੱਗ ਗਈ ਹੈ। ਜਦੋਂ ਅਸੀਂ ਕਿਸੇ ਬੰਦੇ ਤੋਂ ਬਹੁਤ ਜ਼ਿਆਦਾ ਸਾੜਾ ਕਰੀਏ, ਜੈਲਸੀ ਕਰੀਏ। ਇਹ ਸੀ ਬੱਚੋ ਮੁਹਾਵਰੇ। ਮੈਨੂੰ ਆਸ ਹੈ ਕਿ ਤੁਹਾਨੂੰ ਸਭ ਨੂੰ ਇਹ ਮੁਹਾਵਰੇ ਚੰਗੀ ਤਰ੍ਹਾਂ ਸਮਝ ਆ ਗਏ ਹੋਣੇ ਹਨ। ਹੁਣ ਤੁਸੀਂ ਸਾਰੇ ਬੱਚਿਆਂ ਨੇ ਇਸ ਮੁਹਾਵਰੇ ਨੂੰ ਹੁਣੇ ਜਿੰਨਾ ਵੀ ਪੀਰੀਅਡ ਵਿੱਚ ਟਾਈਮ ਰਹਿੰਦਾ ਹੈ ਇਹਨਾਂ ਮੁਹਾਵਰਿਆਂ ਨੂੰ ਲਰਨ ਕਰਨਾ ਹੈ। ਆਪਣੀ ਗਿਆਨ ਸਰੋਵਰ ਪੰਜਾਬੀ ਦੀ ਵਿਆਕਰਨ ਦੀ ਬੁੱਕ ਨਿਕਾਲ ਕੇ ਮੁਹਾਵਰਿਆਂ ਨੂੰ ਲਰਨ ਕਰੋ, ਨਹੀਂ ਤਾਂ ਇਸ ਵੀਡੀਓ ਨੂੰ ਦੁਬਾਰਾ ਸੁਣੋ। ਇਟਸ ਕਲੀਅਰ।